ਨੋਇਡਾ ਦੇ ਟਿਵਿਨ ਟਾਵਰ ਦੇ ਦਿਨ ਪੂਰੇ ਹੁਣ ਤੋਂ ਕਰੀਬ 2.5 ਘੰਟੇ ਬਾਅਦ ਵਿਸਫੋਟ ਦੇ ਨਾਲ ਟੈਟੇਰੀ ਹੋਣਗੇ 29 ਤੇ 32 ਮੰਜ਼ਿਲਾ ਟਾਵਰ। ਨਿਊਜ਼ 18 ਤੇ ਮਹਾ ਕਵਰੇਜ ਲਗਾਤਾਰ ਜਾਰੀ। सोनाली फोगाट मौत मामले ਦੇ ਵਿੱਚ ਇੱਕ ਹੋਰ ਡਰੱਗ ਪੈਡਲਰ ਗ੍ਰਿਫਤਾਰ। ਗੋਆ ਪੁਲਿਸ ਨੇ ਅੰਜਨਾ ਤੋਂ ਡਰੱਗ ਪੈਡਲਰ ਰਮਾ ਮਾਂਧੇਕਰ ਨੂੰ ਕੀਤਾ ਕਾਬੂ। ਮਾਮਲੇ ਦੇ ਵਿੱਚ ਹੁਣ ਤੱਕ 5 ਮੁਲਜ਼ਮ ਗ੍ਰਿਫਤਾਰ। ਪੰਜਾਬ ਵਿੱਚ ਇਲੈਕਟ੍ਰਿਕ ਵਾਹਨ ਤੇ ਮਿਲੇਗਾ ਇਨਸੈਂਟਿਵ। ਵਾਹਨਾਂ ਤੇ ਰਜਿਸਟ੍ਰੇਸ਼ਨ ਫੀਸ ਅਤੇ ਰੋਡ ਟੈਕਸ ਦੇ ਵਿੱਚ ਮਿਲੇਗੀ ਛੋਟ। ਸੀਐਮ ਨੇ ਨਵੀਂ ਪਾਲਿਸੀ ਦਾ ਡਰਾਫਟ ਕੀਤਾ ਲਾਂਚ। ਕਾਂਗਰਸ ਦੇ ਵਿੱਚ ਅੱਜ ਵੱਡਾ ਮੰਥਨ। ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਤੋਂ ਬਾਅਦ ਅੱਜ ਦਿੱਲੀ ਦੇ ਵਿੱਚ CWC ਦੀ ਮੀਟਿੰਗ। ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਤੇ ਹੋਵੇਗੀ ਚਰਚਾ। ਵਿਦੇਸ਼ ਵਿੱਚ ਫਸੀ ਜਲੰਧਰ ਦੀ ਕੁੜੀ ਏਜੰਟ ਤੇ ਲਗਾਏ ਮਸਕਟ ਦੇ ਵਿੱਚ ਵੇਚਣ ਦੇ ਇਲਜ਼ਾਮ। ਵੀਡੀਓ ਭੇਜ ਕੇ ਸਰਕਾਰ ਨੂੰ ਲਗਾਈ ਗੁਹਾਰ। ਕਿਹਾ ਮੈਨੂੰ ਕਿਸੇ ਵੀ ਤਰ੍ਹਾਂ ਭਾਰਤ ਵਾਪਸ ਲਿਆਵੇ ਸਰਕਾਰ। ਏਸ਼ੀਆ ਕੱਪ ਦੇ ਵਿੱਚ ਸਭ ਤੋਂ ਵੱਡਾ ਮੁਕਾਬਲਾ ਦੁਬਈ ਦੇ ਵਿੱਚ ਟੀਮ ਇੰਡੀਆ ਤੇ ਪਾਕਿਸਤਾਨ ਹੋਣਗੇ ਆਮੋ ਸਾਹਮਣੇ। ਪਿਛਲੀ ਹਾਰ ਦਾ ਬਦਲਾ ਲੈਣ ਦੇ ਲਈ ਮੈਦਾਨ ਦੇ ਵਿੱਚ ਉਤਰੇਗੀ ਟੀਮ ਇੰਡੀਆ। ਅੱਜ ਮਨਾਇਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ। ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀ ਸੰਗਤ। ਪੀਐਮ ਮੋਦੀ ਤੇ ਸੀਐਮ ਭਗਵੰਤ ਮਾਨ ਨੇ ਦਿੱਤੀਆਂ ਵਧਾਈਆਂ। ਨਿਊਜ਼ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ। ਨੋਇਡਾ ਦੇ ਟਵਿਨ ਟਾਵਰਸ ਨੂੰ ਢਾਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਦੁਪਹਿਰ 2:30 ਵਜੇ ਜਿਸ ਤਰੀਕੇ ਤੁਹਾਡੀ ਘੜੀ ਦੇ ਵਿੱਚ ਟਾਈਮ ਹੋਏਗਾ 2:30 ਇੱਕ ਮਹਾ ਧਮਾਕਾ ਹੋਵੇਗਾ ਨੋਇਡਾ ਦੇ ਵਿੱਚ ਔਰ ਉਸ ਦੇ ਨਾਲ ਹੀ 29 ਤੇ 32 ਮੰਜ਼ਿਲਾ 2 ਟਾਵਰ ਟੈ ਟੇਰੀ ਹੋ ਜਾਣਗੇ। 32 ਮੰਜ਼ਿਲਾ ਸਿਆਨ ਟਾਵਰ ਦੀ ਉਚਾਈ 102 ਮੀਟਰ ਹੈਗੀ ਹੈ, ਜਦਕਿ 29 ਮੰਜ਼ਿਲਾ ਐਪੈਕਸ ਟਾਵਰ ਜਿਹੜਾ ਹੈਗਾ ਉਹ ਇਸ ਤੋਂ ਛੋਟਾ ਹੈਗਾ। 9 ਸੈਕਿੰਡ ਦੇ ਵਿੱਚ ਇਹ ਦੋਵੇਂ ਟਾਵਰ ਜਿਹੜੇ ਹੈਗੇ ਉਹ ਢਹਿ ਹੋ ਜਾਣਗੇ। ਟਵਿਨ ਟਾਵਰ ਨੂੰ ਢਾਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਟਾਈਮ ਬੰਬ ਹੈ ਟਵਿਨ ਟਾਵਰ। ਲਗਾਤਾਰ ਮਹਾ ਕਵਰੇਜ ਨਿਊਜ਼ 18 ਤੇ ਲਗਾਤਾਰ ਜਾਰੀ ਹੈ ਤੇ ਢਾਣ ਦੀ ਤਿਆਰੀ ਮੁਕੰਮਲ ਹੋ ਚੁੱਕੀ ਹੈ। ਦੁਪਹਿਰੇ 2:30 ਤੇ ਮਹਾ ਵਿਸਫੋਟ ਹੋਵੇਗਾ। 29 ਤੇ 32 ਮੰਜ਼ਿਲਾ ਟਾਵਰ ਢਹਿ ਹੋ ਜਾਣਗੇ। ਐਪੈਕਸ ਟਾਵਰ ਦੀ ਉਚਾਈ 95 ਮੀਟਰ ਦੀ ਹੈ ਤੇ ਦੋਵੇਂ ਟਾਵਰਸ ਦੇ ਵਿਚਾਲੇ 9.88 ਮੀਟਰ ਦੀ ਦੂਰੀ ਹੈ। 3700 ਕਿਲੋ ਬਾਰੂਦ ਦੇ ਨਾਲ ਇਹ ਬਲਾਸਟ ਹੋਣ ਵਾਲਾ ਹੈ, ਯਾਨੀ 37 ਕੁਇੰਟਲ ਬਾਰੂਦ ਇਸ ਬਲਾਸਟ ਦੇ ਵਿੱਚ ਇਸਤੇਮਾਲ ਹੋਵੇਗਾ। 9 ਸੈਕਿੰਡ ਦੇ ਵਿੱਚ ਢਹਿ ਹੋ ਜਾਵੇਗਾ ਟਵਿਨ ਟਾਵਰ। 1396 ਫਲੈਟਸ ਜਿਹੜੇ ਨੇ ਉਹਨਾਂ ਨੂੰ ਖਾਲੀ ਕਰਾ ਦਿੱਤਾ ਗਿਆ ਹੈ। 10 ਕਿਲੋਮੀਟਰ ਦੇ ਇਲਾਕੇ ਵਿੱਚ ਨੋ ਫਲਾਈ ਜ਼ੋਨ ਬਣਾ ਦਿੱਤਾ ਗਿਆ ਹੈ। ਨੇੜਲੇ ਹਸਪਤਾਲ ਹੈਲਥ ਐਮਰਜੈਂਸੀ ਦੇ ਲਈ ਤਿਆਰ ਰੱਖੇ ਗਏ ਨੇ। ਇਹ ਸਾਰੀ ਤਿਆਰੀਆਂ ਪ੍ਰਸ਼ਾਸਨ ਨੇ ਕੀਤੀਆਂ ਨੇ। ਕਿਉਂਕਿ ਹੁਣ ਤੋਂ 2.5 ਘੰਟੇ ਬਾਅਦ ਭ੍ਰਸ਼ਟਾਚਾਰ ਦੀ ਨੀਂਹ ਤੇ ਖੜੇ 2 ਟਾਵਰ ਢਹਿ ਹੋਣ ਵਾਲੇ ਨੇ। ਇਹ 2 ਟਾਵਰ ਜਿਨ੍ਹਾਂ ਨੂੰ ਟਵਿਨ ਟਾਵਰ ਕਿਹਾ ਜਾਂਦਾ ਹੈ, ਦੁਪਹਿਰੇ 2:30 ਤੇ ਇਹ ਢਹਿ ਹੋ ਜਾਣਗੇ। ਪੂਰੇ ਇੰਤਜ਼ਾਮ ਜਿਹੜੇ ਹੈਗੇ ਉਹ ਕਰ ਲਏ ਗਏ ਨੇ ਟਵਿਨ ਟਾਵਰ ਨੂੰ ਢਾਣ ਦੇ ਤੇ ਪੁਲਿਸ ਮੁਲਾਜ਼ਮਾਂ ਨੂੰ 2 ਲੇਅਰ ਵਾਲੇ ਖਾਸ ਹੈਲਮਟ ਦਿੱਤੇ ਗਏ ਨੇ। ਹੈਲਮਟ ਦੇ ਵਿੱਚ ਸ਼ੀਸ਼ੇ ਤੇ ਜਾਲੀ ਦੀ 2 ਲੇਅਰ ਨੇ। ਹੈਲਮਟ ਦੇ ਵਿੱਚ ਧੂੜ ਤੇ ਕੰਕਰ ਅੰਦਰ ਨਹੀਂ ਜਾਣਗੇ। ਪੁਲਿਸ ਮੁਲਾਜ਼ਮਾਂ ਨੂੰ ਮਾਸਕ ਵੀ ਬਕਾਇਦਾ ਦਿੱਤੇ ਗਏ ਨੇ। ਟਾਵਰ ਦੇ 100 ਮੀਟਰ ਦੀ ਦੂਰੀ ਤੇ ਪੁਲਿਸ ਤਾਇਨਾਤ ਕੀਤੀ ਗਈ ਹੈ। ਜੀ ਹਾਂ, ਮੁਕੰਮਲ ਤਿਆਰੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਵੀ, ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ, ਪੁਲਿਸ ਟੀਮ ਦੇ ਵੱਲੋਂ ਵੀ ਤੇ ਨਿਊਜ਼ 18 ਦੇ ਵੱਲੋਂ ਵੀ। ਨਿਊਜ਼ 18 ਵੀ ਹਰੇਕ ਅਪਡੇਟ ਤੁਹਾਨੂੰ ਇਹਨਾਂ ਟਾਵਰਾਂ ਦੇ ਨਾਲ ਜੁੜੀ ਹੋਈ ਦਿਖਾਏਗਾ। ਆਲੇ ਦੁਆਲੇ ਦੇ ਕਈ ਫਲੈਟ ਜਿਹੜੇ ਹੈਗੇ ਉਹ ਖਾਲੀ ਕਰਾਏ ਗਏ ਨੇ। ਸੁਸਾਇਟੀਆਂ ਦੇ ਲੋਕਾਂ ਦੇ ਲਈ ਖਾਸ ਇੰਤਜ਼ਾਮ ਕੀਤੇ ਗਏ ਨੇ। ਲੋਕਾਂ ਦੇ ਖਾਣੇ ਦੇ ਲਈ ਵੀ ਪ੍ਰਸ਼ਾਸਨ ਨੇ ਇੰਤਜ਼ਾਮ ਕੀਤਾ ਹੈ ਤੇ ਇਸ ਦੇ ਨਾਲ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਨੰਬਰ ਵੀ ਜਿਹੜਾ ਹੈਗਾ ਉਹ ਜਾਰੀ ਕੀਤਾ ਗਿਆ ਹੈ। 0120242530 0120242530 ਫੋਨ ਨੰਬਰ ਜਿਹੜੇ ਹੈਗੇ ਉਹ ਜਾਰੀ ਕੀਤੇ ਗਏ ਨੇ। ਇਸ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ ਹੈ ਕੀ ਹੈ ਟਵਿਨ ਟਾਵਰ ਹੈ ਕੀ ਹੈ। ਟਾਈਮ ਬੰਬ ਹੈ ਟਵਿਨ ਟਾਵਰ। ਟਾਵਰਸ ਦੇ ਵਿਚਾਲੇ ਦੂਰੀ ਜਿਹੜੀ ਹੈਗੀ ਹੈ 9.88 ਮੀਟਰ ਹੈਗੀ ਹੈ।
ਇਹ ਦੋਵੇਂ ਟਵਿਨ ਟਾਵਰ ਨੇ, ਇਹ ਦੋਵੇਂ ਟਵਿਨ ਟਾਵਰ ਜਿਹੜੇ ਢਹਿ ਢੇਰੀ ਹੋਣਗੇ ਔਰ ਇਹਨਾਂ ਦੋਵਾਂ ਦੇ ਵਿਚਾਲੇ ਜਿਹੜੀ ਦੂਰੀ ਹੈਗੀ ਹੈ, ਪਹਿਲੇ ਦੀ ਉਚਾਈ ਜਿਹੜੀ ਹੈਗੀ 102 ਮੀਟਰ ਹੈਗੀ ਹੈ। ਜਿਹੜਾ ਜ਼ਿਆਦਾ ਉੱਚਾ ਨਜ਼ਰ ਆ ਰਿਹਾ ਤੁਹਾਨੂੰ 102 ਮੀਟਰ ਉੱਚਾ ਉਹ ਟਾਵਰ ਹੈਗਾ ਔਰ ਇਸ ਟਾਵਰ ਨੂੰ ਐਪੈਕਸ ਟਾਵਰ ਕਹਿੰਦੇ ਨੇ। 29 ਮੰਜ਼ਿਲਾ 95 ਮੀਟਰ ਉਚਾਈ ਜਿਹੜੀ ਹੈਗੀ ਹੈ ਇਸ ਦੀ ਹੈਗੀ ਹੈ। ਇਹ ਜਿਹੜਾ ਦੂਜਾ ਟਾਵਰ ਹੈਗਾ ਤੇ 29 ਮੰਜ਼ਿਲਾ ਟਾਵਰ ਜਿਹੜਾ ਹੈਗਾ ਉਹ 95 ਮੀਟਰ ਉੱਚਾ ਹੈਗਾ। ਦੋਵਾਂ ਦੇ ਵਿਚਾਲੇ ਜਿਹੜੀ ਦੂਰੀ ਹੈ 9.88 ਮੀਟਰ ਦੀ ਦੂਰੀ ਹੈ ਔਰ ਇਹੀ ਸਵਾਲ ਜਿਹੜਾ ਹੈਗਾ ਉਹ ਅਦਾਲਤ ਦੇ ਵਿੱਚ ਖੜਾ ਹੋਇਆ ਸੀ। ਕਿਵੇਂ ਢਹਿ ਢੇਰੀ ਕਿਤੇ ਜਾਣਗੇ ਟਾਵਰ, ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਟਾਈਮਰ ਦੇ ਨਾਲ ਜੋੜ ਕੇ ਧਮਾਕਾ ਜਿਹੜਾ ਹੈਗਾ ਉਹ ਕੀਤਾ ਜਾਣਾ ਹੈ, ਟਾਈਮਰ ਦੇ ਨਾਲ ਜੋੜ ਕੇ। ਔਰ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਟਾਈਮ ਬੰਬ ਐਟ ਟਵਿਨ ਟਾਵਰ। ਜੀ ਹਾਂ, ਟਾਈਮਰ ਦੇ ਨਾਲ ਜਿਹੜਾ ਹੈਗਾ ਦੋਵਾਂ ਟਾਵਰ ਦੇ ਵਿੱਚ ਟਾਈਮਰ ਜਿਹੜੇ ਹੈਗੇ ਉਹ ਲਗਾਏ ਗਏ ਨੇ। ਥਾਂ ਥਾਂ ਤੇ ਬਲਾਸਟ ਦੇ ਲਈ ਬਕਾਇਦਾ ਅਰੇਂਜਮੈਂਟ ਜਿਹੜੇ ਹੈਗੇ ਉਹ ਕੀਤੇ ਜਾਂਦੇ ਨੇ। ਟਾਈਮਰ ਜਿਹੜੇ ਹੈਗੇ ਉਹ ਪ੍ਰਾਇਮਰੀ ਤੇ ਸੈਕੰਡਰੀ ਹੋਣਗੇ। ਪ੍ਰਾਇਮਰੀ ਤੇ ਸੈਕੰਡਰੀ ਟਾਈਮਰ ਜਿਹੜੇ ਹੈਗੇ, ਯਾਨੀ ਪ੍ਰਾਇਮਰੀ ਦਾ ਮਤਲਬ ਜਿਹੜੇ ਪਹਿਲਾਂ ਬਲਾਸਟ ਕਰਨਗੇ ਔਰ ਸੈਕੰਡਰੀ ਜਿਹੜੇ ਪ੍ਰਾਇਮਰੀ ਤੋਂ ਬਾਅਦ ਬਲਾਸਟ ਕਰਨਗੇ। ਦੋਹਾਂ ਟਾਵਰਾਂ ਦੇ ਵਿੱਚ ਕੁੱਲ 21 ਪ੍ਰਾਇਮਰੀ ਧਮਾਕੇ ਹੋਣਗੇ, 21 ਪ੍ਰਾਇਮਰੀ ਬਲਾਸਟ ਹੋਣਗੇ। ਜਿਹੜੇ ਪਹਿਲਾ ਧਮਾਕਾ ਹੋਏਗਾ ਉਹ 21 ਥਾਵਾਂ ਤੇ 21 ਬਲਾਸਟ ਜਿਹੜੇ ਹੈਗੇ ਉਹ ਹੋਣਗੇ, ਉਹ ਪ੍ਰਾਇਮਰੀ ਬਲਾਸਟ ਹੋਣਗੇ ਔਰ ਟਾਈਮਰ ਦੇ ਨਾਲ ਜੋੜ ਕੇ ਬਕਾਇਦਾ ਇਹ ਧਮਾਕਾ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਦੋਵੇਂ ਟਾਵਰਸ ਦੇ ਵਿਚਾਲੇ। ਤੇ ਦੋਹਾਂ ਦੇ ਵਿਚਾਲੇ ਜਿਹੜਾ ਹੈਗਾ ਟਾਈਮਰ ਲਗਾਏ ਗਏ ਨੇ, ਟਾਈਮਰ ਦੇ ਨਾਲ ਜਿਹੜਾ ਹੈਗਾ ਕਨੈਕਟ ਕੀਤਾ ਗਿਆ। ਇਹ ਸਿਰਫ ਇਸ ਨੂੰ ਇਸ ਤਰੀਕੇ ਸਮਝਿਆ ਜਾਵੇ ਕਿ ਦੋ ਬਹੁ ਮੰਜ਼ਿਲਾ ਇਮਾਰਤਾਂ ਜਿਹੜੀਆਂ ਨੇ ਉਹ ਡੇਗਣੀਆਂ ਨੇ ਔਰ ਉਸ ਦੇ ਨਾਲ ਇਹ ਵੀ ਧਿਆਨ ਰੱਖਣਾ ਹੈ ਕਿ ਆਲੇ ਦੁਆਲੇ ਜਿਹੜਾ ਹੈਗਾ ਅਸਰ ਵੀ ਜਿਹੜਾ ਹੈਗਾ ਉਸ ਦਾ ਨਾ ਹੋਵੇ, ਉਸ ਦਾ ਵੀ ਜਿਹੜਾ ਹੈਗਾ ਖਤਰਾ ਜਿਹੜਾ ਹੈਗਾ ਬਾਕੀ ਇਮਾਰਤਾਂ ਨੂੰ ਨਾ ਹੋਵੇ। ਨੇੜੇ ਦੀਆਂ ਸਾਈਟਾਂ ਜਿਹੜੀਆਂ ਨੇ ਉੱਥੇ ਦੀ ਬਿਜਲੀ ਕੱਟ ਦਿੱਤੀ ਗਈ ਹੈ, ਉੱਥੇ ਬਿਜਲੀ ਕੱਟ ਦਿੱਤੀ ਗਈ ਹੈ, ਗੈਸ ਪਾਈਪਲਾਈਨ ਦਾ ਕਨੈਕਸ਼ਨ ਵੀ ਬੰਦ ਕਰ ਦਿੱਤਾ ਗਿਆ ਹੈ। ਤੇ ਇਹ ਜਿਹੜਾ ਹੈਗਾ ਇਹ ਅਹਤਿਆਤਨ ਕੀਤਾ ਜਾਂਦਾ ਹੈ। ਅਜਿਹਾ ਕਿਉਂ ਕਰਦੇ ਨੇ ਇਹ ਵੀ ਸਮਝਣ ਦੀ ਲੋੜ ਹੈਗੀ ਹੈ। ਅਹਤਿਆਤਨ ਕਿਉਂ? ਕਿਉਂਕਿ ਜਦੋਂ ਇੰਨਾ ਬਲਾਸਟ ਹੁੰਦਾ ਹੈ ਤਾਂ ਆਲੇ ਦੁਆਲੇ ਉਹ ਨੈਚੁਰਲ ਹੈਗਾ ਕਿ ਉਸ ਦਾ ਅਸਰ ਜਿਹੜਾ ਹੈਗਾ ਥੋੜਾ ਬਹੁਤ ਧਮਕ ਜਿਹੜੀ ਹੈਗੀ ਹੈ ਉਹ ਆਲੇ ਦੁਆਲੇ ਦੇ ਇਲਾਕੇ 'ਚ ਮਹਿਸੂਸ ਹੋਵੇਗੀ। ਅਜਿਹੇ ਵਿੱਚ ਕੋਈ ਵੀ ਹਾਦਸਾ ਜਿਹੜਾ ਹੈਗਾ ਉਹ ਨਾ ਵਾਪਰੇ ਕਿਸੇ ਵੀ ਤਰੀਕੇ ਦਾ। ਪਾਈਪਲਾਈਨ ਨੂੰ ਬਚਾਉਣ ਦੇ ਲਈ ਇੰਪੈਕਟ ਕੁਸ਼ਨ ਜਿਹੜਾ ਹੈਗਾ ਉਹ ਬਣਾਇਆ ਗਿਆ। ਤਕਰੀਬਨ 1500 ਪਰਿਵਾਰ ਜਿਹੜੇ ਨੇ ਉਹ ਪ੍ਰਭਾਵਿਤ ਹੋਣਗੇ ਤੇ ਵੱਡੇ ਟੋਇਆਂ ਤੇ ਟਾਇਰਾਂ ਤੋਂ ਜਿਹੜਾ ਹੈਗਾ ਵਾਈਬ੍ਰੇਸ਼ਨ ਰੋਕਣ ਦਾ ਇੰਤਜ਼ਾਮ ਕੀਤਾ ਗਿਆ ਹੈ। ਟਾਵਰ ਦੇ ਬਾਹਰ ਐਂਟੀ ਸਮੋਕਿੰਗ ਗਨ ਵੀ ਜਿਹੜਾ ਹੈਗਾ ਉਹ ਲਗਾਈ ਗਈ ਹੈ। ਐਂਟੀ ਸਮੋਕਿੰਗ ਗਨ ਕਿਉਂ? ਕਿਉਂਕਿ ਜਦੋਂ ਇੰਨਾ ਵੱਡਾ ਬਲਾਸਟ ਹੋਏਗਾ, ਉਹ ਬਲਾਸਟ ਹੋਣ ਦੇ ਨਾਲ ਇਹ ਨੈਚੁਰਲ ਹੈਗਾ ਕਿ ਪ੍ਰਦੂਸ਼ਣ ਹੋਏਗਾ। ਜਿਹੜਾ ਮਲਬਾ ਡਿੱਗੇਗਾ, ਧੂਆਂ ਉੱਠੇਗਾ, ਉਸ ਦੇ ਨਾਲ ਪ੍ਰਦੂਸ਼ਣ ਹੋਣਾ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਧਮਾਕੇ ਤੋਂ ਬਾਅਦ ਪਾਣੀ ਦਾ ਛਿੜਕਾਅ ਵੀ ਜਿਹੜਾ ਹੈਗਾ ਉਹ ਕੀਤਾ ਜਾਵੇਗਾ। ਇਸੇ ਕਰਕੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਗਈਆਂ ਨੇ ਕਿ ਲੋਕਾਂ ਦਾ ਵੀ ਜਿਹੜਾ ਹੈਗਾ ਉਹ ਖਿਆਲ ਰੱਖਿਆ ਜਾਵੇ, ਲੋਕਾਂ ਨੂੰ ਜਿਹੜਾ ਹੈਗਾ ਇਸ ਦੇ ਅਸਰ ਤੋਂ ਜਿਹੜਾ ਹੈਗਾ ਉਹ ਬਚਾਇਆ ਜਾਵੇ। ਬਲਾਸਟ ਤੋਂ ਬਾਅਦ ਕੀ ਹੋਣਾ ਹੈ? ਧੂੜ ਦਾ ਗੁਬਾਰ ਉਠੇਗਾ। ਇਹ ਜ਼ਾਹਿਰ ਜੀ ਗੱਲ ਹੈ, ਜਦੋਂ 95 ਮੀਟਰ ਤੇ 129 ਮੀਟਰ ਉੱਚੇ ਦੋ ਟਾਵਰ ਜ਼ਮੀਨ ਦੇ ਵਿੱਚ ਜ਼ਮੀਦੋਜ਼ ਹੋ ਜਾਣਗੇ ਤਾਂ ਧੂੜ ਦਾ ਗੁਬਾਰ ਉੱਠਣਾ ਜਿਹੜਾ ਹੈਗਾ ਉਹ ਰਹੇਗਾ 10 ਮਿੰਟ ਤੱਕ। ਇਹ ਧੂੜ ਦਾ ਗੁਬਾਰ ਰਹੇਗਾ ਔਰ ਇਹੀ 10 ਮਿੰਟ ਜਿਹੜੇ ਹੈਗੇ ਉਹ ਕਾਫੀ ਅਹਿਮ ਨੇ। ਇਹ 10 ਮਿੰਟ ਜਿਹੜੇ ਹੈਗੇ 500 ਮੀਟਰ ਤੱਕ ਜਿਹੜਾ ਹੈਗਾ ਅਸਰ ਰਹੇਗਾ, ਯਾਨੀ ਅੱਧਾ ਕਿਲੋਮੀਟਰ ਤੱਕ, ਅੱਧਾ ਕਿਲੋਮੀਟਰ ਦਾ ਰੇਡੀਅਸ ਜਿਹੜਾ ਹੈਗਾ ਉਸ ਦੇ ਵਿੱਚ ਇਸ ਦਾ ਅਸਰ ਰਹੇਗਾ। 10 ਕਿਲੋਮੀਟਰ ਤੱਕ ਸ਼ੋਰ ਪ੍ਰਦੂਸ਼ਣ ਹੋਵੇਗਾ, 10 ਕਿਲੋਮੀਟਰ ਤੱਕ ਆਵਾਜ਼ ਸੁਣਾਈ ਦੇਵੇਗੀ ਜਦੋਂ ਇਹ ਬਲਾਸਟ ਹੋਵੇਗਾ। ਧੁਨੀ ਪ੍ਰਦੂਸ਼ਣ ਜਿਹੜਾ ਹੈਗਾ ਉਹ 10 ਕਿਲੋਮੀਟਰ ਤੱਕ ਰਹੇਗਾ। 35000 ਟਨ ਤੋਂ ਵੱਧ ਮਲਬਾ ਨਿਕਲਣ ਦਾ ਅੰਦਾਜ਼ਾ ਜਿਹੜਾ ਹੈਗਾ ਉਹ ਲਾਇਆ ਜਾ ਰਿਹਾ ਹੈ। ਜ਼ਾਹਿਰ ਜੀ ਗੱਲ ਹੈ, 29 ਮੰਜ਼ਿਲਾ ਟਾਵਰ, 32 ਮੰਜ਼ਿਲਾ ਟਾਵਰ ਜਦੋਂ ਢਹਿ ਢੇਰੀ ਹੁੰਦੇ ਨੇ, ਮਲਬਾ ਹਟਾਉਣ ਦੇ ਵਿੱਚ 3 ਮਹੀਨੇ ਲੱਗਣਗੇ। ਅੰਦਾਜ਼ਾ ਲਗਾਓ ਤੁਸੀਂ, 3 ਮਹੀਨੇ ਦੇ ਵਿੱਚ ਇਹ ਮਲਬਾ ਹਟਾਇਆ ਜਾਵੇਗਾ। 200 ਤੋਂ 1300 ਟਰੱਕਾਂ ਦਾ ਇੰਤਜ਼ਾਮ ਜਿਹੜਾ ਹੈਗਾ ਉਹ ਇਸ ਮਲਬੇ ਨੂੰ, ਇਹਨਾਂ ਦੋਵੇਂ ਟਾਵਰਸ ਦੇ ਮਲਬੇ ਨੂੰ ਹਟਾਉਣ ਦੇ ਲਈ ਇਹ ਜਿਹੜਾ ਮਲਬਾ ਬਣ ਜਾਵੇਗਾ ਇਸ ਤਰੀਕੇ ਬਲਾਸਟ ਹੋਏਗਾ। ਬਲਾਸਟ ਦੇ ਵਿੱਚ ਇਹ ਮਲਬੇ ਦੇ ਵਿੱਚ ਤਬਦੀਲ ਹੋ ਜਾਣਗੇ ਔਰ ਜਿਹੜਾ ਇਹ ਮਲਬਾ ਬਣੇਗਾ ਇਸ ਮਲਬੇ ਨੂੰ ਹਟਾਉਣ ਦੇ ਵਿੱਚ 4000 ਟਨ ਲੋਹਾ ਜਾਂ ਸਟੀਲ ਜਿਹੜਾ ਹੈਗਾ ਉਹ ਮਲਬੇ ਵਿੱਚ ਹੋਵੇਗਾ। ਧੂੜ ਦਾ ਗੁਬਾਰ ਉੱਠੇਗਾ, 10 ਕਿਲੋਮੀਟਰ ਤੱਕ ਆਵਾਜ਼ ਸੁਣਾਈ ਦੇਵੇਗੀ। ਯਾਨੀ ਕੁੱਲ ਮਿਲਾ ਕੇ ਅੱਜ ਜੋ ਹੋਣ ਜਾ ਰਿਹਾ ਹੈ ਨੋਇਡਾ ਦੇ ਵਿੱਚ, ਉਹ ਭ੍ਰਿਸ਼ਟਾਚਾਰ ਦੀ ਨੀਂਹ ਤੇ ਖੜੇ ਹੋਏ ਦੋ ਟਾਵਰ ਜਿਹੜੇ ਸੀਗੇ ਢਹਿ ਢੇਰੀ ਹੋਣ ਜਾ ਰਹੇ ਨੇ ਔਰ ਉਹ ਢਹਿ ਢੇਰੀ ਕਰਨ ਦੇ ਲਈ, ਇਹਨਾਂ ਟਾਵਰਸ ਨੂੰ ਢਹਿ ਢੇਰੀ ਕਰਨ ਦੇ ਲਈ ਪੂਰੇ ਤਰੀਕੇ ਤਿਆਰੀਆਂ ਜਿਹੜੀਆਂ ਨੇ ਉਹ ਮੁਕੰਮਲ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ। ਹਰੇਕ ਲਿਹਾਜ਼ ਦੇ ਨਾਲ, ਆਮ ਲੋਕਾਂ ਦੇ ਲਿਹਾਜ਼ ਦੇ ਨਾਲ, ਜਿਹੜੇ ਆਲੇ ਦੁਆਲੇ ਰਹਿੰਦੇ ਨੇ ਉਹਨਾਂ ਦੇ ਲਿਹਾਜ਼ ਦੇ ਨਾਲ, ਇੱਥੇ ਤੱਕ ਕਿ ਜਿਹੜੇ ਆਵਾਰਾ ਜਾਨਵਰ ਹੁੰਦੇ ਨੇ, ਸਟ੍ਰੇ ਡੌਗਸ ਜਿਹੜੇ ਨੇ, ਆਵਾਰਾ ਜਿਹੜੇ ਕੁੱਤੇ ਵੀ ਜਿਹੜੇ ਉਸ ਇਲਾਕੇ 'ਚ ਘੁੰਮ ਰਹੇ ਸੀਗੇ, ਜਾਨਵਰ ਜਿਹੜੇ ਘੁੰਮ ਰਹੇ ਸੀਗੇ, ਉਹਨਾਂ ਦਾ ਵੀ ਖਿਆਲ ਰੱਖਿਆ ਗਿਆ ਹੈ। ਉਹਨਾਂ ਦੇ ਲਈ ਵੀ ਐਂਬੂਲੈਂਸ ਦਾ ਇੰਤਜ਼ਾਮ ਜਿਹੜਾ ਹੈਗਾ ਉਹ ਬਕਾਇਦਾ ਕੀਤਾ ਗਿਆ ਹੈ ਤੇ 35000 ਟਨ ਜਿਹੜਾ ਹੈਗਾ ਇਹ ਮਲਬਾ ਹਟਾਉਣ ਦੇ ਵਿੱਚ 3 ਮਹੀਨੇ ਲੱਗਣਗੇ। ਕਿੰਨਾ ਮਲਬਾ ਇਕੱਠਾ ਹੋਵੇਗਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ। 3 ਮਹੀਨੇ ਇਸ ਮਲਬੇ ਨੂੰ ਹਟਾਉਣ ਦੇ ਵਿੱਚ ਲੱਗਣੇ ਨੇ
200 ਤੋਂ 1300 ਟਰੱਕਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਸ਼ੁਰੂਆਤੀ ਪੱਧਰ ਤੇ ਟਰੱਕ ਜਿਹੜੇ ਨੇ ਘੱਟ ਲੱਗਣਗੇ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਰਾਹ ਬਣਦਾ ਜਾਵੇਗਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਜ਼ਿਆਦਾ ਟਰੱਕ ਜਿਹੜੇ ਹੈਗੇ ਉਹ ਲਾਏ ਜਾਣਗੇ। ਮਲਬੇ ਚੋਂ ਤਕਰੀਬਨ 4000 ਟਨ ਲੋਹਾ ਜਾਂ ਸਟੀਲ ਜਿਹੜਾ ਹੈਗਾ ਉਹ ਨਿਕਲੇਗਾ ਔਰ ਇਹ ਮਲਬਾ ਕਿਹੜਾ ਹੈਗਾ, ਇਹ ਉਹਨਾਂ ਟਾਵਰਸ ਦਾ ਮਲਬਾ ਹੈ ਜਿਹੜੇ ਇਸ ਤਰੀਕੇ ਢਹਿ ਹੋਣ ਵਾਲੇ ਨੇ। ਜਿਹੜਾ ਡਿੱਗੇਗਾ ਟਾਵਰ, ਕਾਊਂਟਡਾਊਨ ਹੋਏਗਾ 3 2 1 0 ਔਰ ਉਸ ਤੋਂ ਬਾਅਦ ਭ੍ਰਸ਼ਟਾਚਾਰ ਦੀ ਨੀਂਹ ਤੇ ਖੜੇ ਹੋਏ ਟਾਵਰ ਢਹਿ ਹੋ ਜਾਣਗੇ, ਜ਼ਮੀਂਦੋਜ਼ ਹੋ ਜਾਣਗੇ, ਮਲਬੇ ਵਿੱਚ ਤਬਦੀਲ ਹੋ ਜਾਣਗੇ। ਕਿਉਂ? ਕਿਉਂਕਿ ਇਹਨਾਂ ਦੀ ਨੀਂਹ ਰੱਖੀ ਗਈ ਸੀਗੀ ਭ੍ਰਸ਼ਟਾਚਾਰ ਦੇ ਉੱਤੇ। ਭ੍ਰਸ਼ਟਾਚਾਰ ਕਿਸਨੇ ਕੀਤਾ? ਭ੍ਰਸ਼ਟਾਚਾਰ ਕੀਤਾ ਨੋਇਡਾ ਡਿਵੈਲਪਮੈਂਟ ਅਥਾਰਟੀ ਨੇ। ਔਰ ਭ੍ਰਸ਼ਟਾਚਾਰ ਕਿਸ ਦੇ ਨਾਲ ਰਲ ਕੇ ਕੀਤਾ? ਇਸ ਟਾਵਰ ਨੂੰ ਬਣਾਉਣ ਵਾਲੀ ਜਿਹੜੀ ਕੰਪਨੀ ਸੀਗੀ, ਜਿਸ ਕੰਪਨੀ ਦਾ ਜਿਸ ਲੈਂਡ ਜਿਸ ਨੂੰ ਕਹਿ ਲਿਆ ਜਾਵੇ ਓਨਰ ਦਾ ਇਸ ਨੂੰ ਬਣਾਉਣ ਦਾ ਡਿਜ਼ਾਈਨ ਸੀਗਾ, ਜਿਹੜੀ ਇਹ ਸੁਸਾਇਟੀ ਸੀਗੀ ਉਸ ਦੇ ਮਾਲਕ ਦਾ ਜਿਹੜਾ ਡਿਜ਼ਾਈਨ ਸੀਗਾ ਉਸ ਤੇ ਸਵਾਲ ਖੜੇ। ਔਰ ਸਵਾਲ ਕਿਉਂ ਖੜੇ ਹੋਏ ਸੀਗੇ? ਆਪਣੇ ਆਪ ਵਿੱਚ ਇੱਕ ਸਵਾਲ ਉੱਠਣਾ ਚਾਹੀਦਾ ਹੈ ਕਿ ਟਵਿਨ ਟਾਵਰ ਕਿਉਂ ਡੇਗੇ ਜਾ ਰਹੇ ਨੇ? ਇੰਨੀ ਵੱਡੀ ਇਮਾਰਤ ਹੈਗੀ ਹੈ, 29 ਮੰਜ਼ਿਲਾ 32 ਮੰਜ਼ਿਲਾ। ਬਹੁਤੇ ਦਰਸ਼ਕਾਂ ਦੇ ਜ਼ਿਹਨ ਵਿੱਚ ਸਵਾਲ ਹੋਏਗਾ ਇੰਨੀ ਉੱਚੀ ਇਮਾਰਤ ਡੇਗਣ ਦੇ ਪਿੱਛੇ ਵਜ੍ਹਾ ਕੀ ਹੈ? ਦਰਅਸਲ ਹੁੰਦਾ ਕੀ ਹੈ, ਜਦੋਂ ਇਸ ਤਰੀਕੇ ਦੀ ਰੈਜ਼ੀਡੈਂਸ਼ੀਅਲ ਸੁਸਾਇਟੀ ਬਣਦੀ ਹੈ ਤਾਂ ਉਸ ਦਾ ਇੱਕ ਲੇਆਊਟ ਪਲਾਨ ਹੁੰਦਾ ਹੈ ਔਰ ਲੇਆਊਟ ਪਲਾਨ ਦੇ ਵਿੱਚ ਬਕਾਇਦਾ ਹਰੇਕ ਥਾਂ ਦਰਸਾਈ ਗਈ ਹੁੰਦੀ ਹੈ। ਇਸ ਸੁਸਾਇਟੀ ਦਾ ਇੱਕ ਲੇਆਊਟ ਪਲਾਨ ਸੀਗਾ। ਉਸ ਲੇਆਊਟ ਪਲਾਨ ਦੇ ਵਿੱਚ ਤਕਰੀਬਨ 15-16 ਟਾਵਰ ਜਿਹੜੇ ਹੈਗੇ ਇੱਕ ਇੱਕ ਕਰਕੇ ਡਿਵੈਲਪ ਕੀਤੇ ਗਏ ਸੀ। ਕੁਝ ਏਰੀਆ ਅਜਿਹਾ ਸੀਗਾ ਜਿਸ ਨੂੰ ਬਿਲਕੁਲ ਖਾਲੀ ਏਰੀਆ ਦਿਖਾਣਾ ਹੁੰਦਾ। ਉਹ ਹਰੇਕ ਸੁਸਾਇਟੀ ਦੇ ਵਿੱਚ ਗ੍ਰੀਨ ਏਰੀਆ ਰੱਖਿਆ ਜਾਂਦਾ ਹੈ। ਜਿਹੜੀ ਅਜਿਹੀ ਰੈਜ਼ੀਡੈਂਸ਼ੀਅਲ ਸੁਸਾਇਟੀ ਹੁੰਦੀਆਂ ਨੇ, ਹਾਈ ਰਾਈਜ਼ ਟਾਵਰ ਜਿਹੜੇ ਪਿੱਛੇ ਤੁਸੀਂ ਬਣੇ ਹੋਏ ਵੀ ਦੇਖ ਰਹੇ ਹੋ, ਇਸ ਤਰੀਕੇ ਦੇ ਜਿਹੜੇ ਟਾਵਰ ਬਣੇ ਹੁੰਦੇ ਇਹ ਰੈਜ਼ੀਡੈਂਸ਼ੀਅਲ ਟਾਵਰ ਨੇ। ਸੋ ਇਹ ਲੋਕਾਂ ਨੂੰ ਵਿਕੇ ਹੋਏ ਨੇ ਆਲੇ ਦੁਆਲੇ ਦੇ ਟਾਵਰ, ਲੋਕ ਇਹਨਾਂ ਦੇ ਵਿੱਚ ਰਹਿੰਦੇ ਨੇ। ਪਰ ਉਹਨਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਇਹ ਤੁਹਾਡਾ ਪਲੇਗਰਾਉਂਡ ਹੋਵੇਗਾ, ਇੱਥੇ ਤੁਹਾਡੇ ਲਈ ਪਾਰਕ ਬਣਾਵਾਂਗੇ, ਬੈਠਣ ਦੀ ਥਾਂ ਬਣਾਵਾਂਗੇ। ਹੋਇਆ ਕੀ? ਪਹਿਲਾਂ ਲੋਕਾਂ ਨੂੰ ਬਾਕੀ ਫਲੈਟ ਵੇਚ ਦਿੱਤੇ ਗਏ, ਫਿਰ ਹੌਲੀ ਹੌਲੀ ਇਹ ਜਿਹੜਾ ਗ੍ਰੀਨ ਏਰੀਆ ਸੀਗਾ ਇਸ ਦੇ ਵਿੱਚ ਟਵਿਨ ਟਾਵਰ ਦੀ ਉਸਾਰੀ ਸ਼ੁਰੂ ਕਰ ਦਿੱਤੀ ਗਈ। ਔਰ ਟਵਿਨ ਟਾਵਰ ਦੀ ਉਸਾਰੀ ਜਿਸ ਤਰੀਕੇ ਸ਼ੁਰੂ ਕੀਤੀ ਗਈ ਉਸਨੇ ਸਾਰੇ ਪੈਰਾਮੀਟਰ ਜਿਹੜੇ ਸੀਗੇ ਉਹ ਛਿੱਕੇ ਟੰਗ ਦਿੱਤੇ। ਜਿਹੜੀ ਨੋਇਡਾ ਡਿਵੈਲਪਮੈਂਟ ਅਥਾਰਟੀ ਹੈ, ਜਿਹੜੀ ਕੇਂਦਰ ਸਰਕਾਰ ਹੈ ਜਾਂ ਜਿਹੜੀ ਸੂਬਾ ਸਰਕਾਰ ਹੈ, ਉਹਨਾਂ ਦੇ ਨੇਮ ਹੁੰਦੇ ਨੇ ਅਜਿਹੀ ਰੈਜ਼ੀਡੈਂਸ਼ੀਅਲ ਸੁਸਾਇਟੀ ਦੇ ਲਈ, ਰਿਹਾਇਸ਼ੀ ਇਲਾਕਿਆਂ ਦੇ ਲਈ। ਜਦੋਂ ਦੋ ਅਜਿਹੇ ਟਾਵਰ ਬਣਾਏ ਜਾਂਦੇ ਨੇ ਤਾਂ ਉਹਨਾਂ ਦੇ ਵਿਚਾਲੇ ਇੱਕ ਡਿਸਟੈਂਸ ਹੋਣਾ ਚਾਹੀਦਾ ਹੈ। ਤਕਰੀਬਨ ਉਹ 16 ਮੀਟਰ ਦਾ ਡਿਸਟੈਂਸ ਜਿਹੜਾ ਹੈਗਾ, 16 ਮੀਟਰ ਤੋਂ ਕੁਝ ਜ਼ਿਆਦਾ ਡਿਸਟੈਂਸ ਜਿਹੜਾ ਹੈਗਾ ਉਹ ਰੈਜ਼ੀਡੈਂਸ਼ੀਅਲ ਟਾਵਰ ਦੇ ਵਿਚਾਲੇ ਹੋਣਾ ਚਾਹੀਦਾ ਹੈ। ਪਰ ਜਦੋਂ ਇਹ ਟਾਵਰ ਬਣਾ ਦਿੱਤੇ ਗਏ ਤਾਂ ਉਹ ਡਿਸਟੈਂਸ ਜਿਹੜਾ ਸੀਗਾ, ਪਹਿਲੀ ਗੱਲ ਉਸ ਦਾ ਵੀ ਧਿਆਨ ਨਹੀਂ ਰੱਖਿਆ ਗਿਆ। ਦੋਵਾਂ ਦੇ ਵਿਚਾਲੇ ਸਿਰਫ 9.88 ਮੀਟਰ ਦਾ ਡਿਸਟੈਂਸ ਰੱਖਿਆ ਗਿਆ ਸੀ। ਔਰ ਬਾਕੀ ਜਿਹੜਾ ਏਰੀਆ ਸੀਗਾ ਜਿਨ੍ਹਾਂ ਦੇ ਲਈ ਇਹ ਏਰੀਆ ਗ੍ਰੀਨ ਏਰੀਆ ਸੀਗਾ, ਇਸ ਦੇ ਵਿੱਚ ਉਸਾਰੀ ਕੀਤੀ ਗਈ। ਸੋ ਲੋਕ ਇਕੱਠੇ ਹੋਏ। ਫਿਰ ਇਹ ਲੋਕ ਜਿਹੜੇ ਆਲੇ ਦੁਆਲੇ ਰਹਿ ਰਹੇ ਸੀਗੇ ਇਹ ਇਕੱਠੇ ਹੋਏ, ਇਹਨਾਂ ਨੇ ਅਪੀਲ ਕੀਤੀ, ਇਹਨਾਂ ਨੇ ਅਦਾਲਤ ਦਾ ਰੁਖ ਕੀਤਾ, ਲੰਮੀ ਲੜਾਈ ਲੜੀ। ਇਲਾਹਾਬਾਦ ਹਾਈ ਕੋਰਟ ਨੇ ਸਭ ਤੋਂ ਪਹਿਲਾਂ ਕਿਹਾ ਕਿ ਇਹ ਟਾਵਰ ਡੇਗਣੇ ਚਾਹੀਦੇ ਕਿਉਂਕਿ ਇਹ ਗਲਤ ਬਣੇ ਹੋਏ ਨੇ। ਹੁਣ ਟਵਿਸਟ ਦੇਖੋ, ਇਲਾਹਾਬਾਦ ਹਾਈ ਕੋਰਟ ਕਹਿੰਦਾ ਕਿ ਟਾਵਰ ਡੇਗਣੇ ਚਾਹੀਦੇ ਔਰ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਜਿਹੜੀ ਕੰਪਨੀ ਸੀਗੀ ਜਿਸ ਨੇ ਰੈਜ਼ੀਡੈਂਸ਼ੀਅਲ ਏਰੀਆ ਬਣਾਇਆ ਸੀ, ਜਾਣਾ ਤਾਂ ਉਸ ਨੂੰ ਚਾਹੀਦਾ ਸੀ, ਪਰ ਉਸ ਕੰਪਨੀ ਦੇ ਨਾਲ ਨੋਇਡਾ ਡਿਵੈਲਪਮੈਂਟ ਅਥਾਰਟੀ ਵੀ ਸੁਪਰੀਮ ਕੋਰਟ ਦਾ ਰੁਖ ਕਰਦੀ ਹੈ। ਨੋਇਡਾ ਡਿਵੈਲਪਮੈਂਟ ਅਥਾਰਟੀ ਦੇ ਅਧਿਕਾਰੀ ਵੀ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਨੇ ਕਿ ਇਲਾਹਾਬਾਦ ਹਾਈ ਕੋਰਟ ਨੇ ਗਲਤ ਡਿਸੀਜਨ ਲੈ ਲਿਆ, ਸਾਡੀ ਗੱਲ ਸੁਣੀ ਜਾਵੇ। ਸੁਪਰੀਮ ਕੋਰਟ ਨੇ ਕਿਹਾ ਠੀਕ ਹੈ, ਤੁਸੀਂ ਗੱਲ ਰੱਖੋ ਆਪਣੀ। ਔਰ ਜਦੋਂ ਗੱਲ ਰੱਖਣੀ ਸ਼ੁਰੂ ਕੀਤੀ ਤਾਂ ਫਿਰ ਇੱਕ ਇੱਕ ਕਰਕੇ ਭ੍ਰਸ਼ਟਾਚਾਰ ਦੀਆਂ ਪਰਤਾਂ ਖੁੱਲੀਆਂ। ਕਿਸ ਤਰੀਕੇ ਇਹਨਾਂ ਟਾਵਰਸ ਨੂੰ ਮਨਜ਼ੂਰੀ ਦਿੱਤੀ ਗਈ, ਕਿਸ ਤਰੀਕੇ ਇਹਨਾਂ ਟਾਵਰਸ ਨੂੰ ਲੈ ਕੇ ਇੱਕ ਇੱਕ ਮੰਜ਼ਿਲ ਜਿਹੜੀ ਹੈਗੀ ਇਹਨਾਂ ਦੀ ਵਧਾਈ ਗਈ, ਉਹ ਸਾਰਾ ਜਿਹੜਾ ਹੈਗਾ ਹੌਲੀ ਹੌਲੀ ਜਦੋਂ ਪਰਤਾਂ ਖੁੱਲੀਆਂ ਤਾਂ ਫਿਰ ਸੁਪਰੀਮ ਕੋਰਟ ਨੇ ਫਿਰ ਆਖਿਰਕਾਰ ਮੁਹਰ ਲਾਈ ਕਿ ਇਹ ਟਾਵਰ ਤਾਂ ਡੇਗਣੇ ਪੈਣਗੇ ਕਿਉਂਕਿ ਇਹ ਭ੍ਰਸ਼ਟਾਚਾਰ ਦੀ ਨੀਂਹ ਤੇ ਖੜੇ ਨੇ। ਔਰ ਇਹੀ ਵਜ੍ਹਾ ਹੈ ਕਿ ਅੱਜ ਹੁਣ ਤੋਂ 2.5 ਘੰਟੇ ਵੀ ਨਹੀਂ ਬਚੇ, ਤਕਰੀਬਨ 2 ਘੰਟੇ 18 ਮਿੰਟ ਬਚੇ ਨੇ ਜਦੋਂ ਇਹ ਭ੍ਰਸ਼ਟਾਚਾਰ ਦੀ ਨੀਂਹ ਤੇ ਖੜੇ ਹੋਏ ਟਾਵਰ ਜਿਹੜੇ ਹੈਗੇ ਉਹ ਢਹਿ ਢੇਰੀ ਕਰ ਦਿੱਤੇ ਜਾਣਗੇ। ਸਿਆਨ ਟਾਵਰ 32 ਮੰਜ਼ਿਲਾ ਹੈਗਾ, ਉਚਾਈ ਜਿਹੜੀ ਹੈਗੀ 102 ਮੀਟਰ ਹੈਗੀ ਹੈ। ਐਪੈਕਸ ਟਾਵਰ ਨਾਲ ਦਾ ਹੈਗਾ, ਦੂਜਾ ਟਾਵਰ ਜਿਹੜਾ ਹੈਗਾ 97 ਮੀਟਰ 97 ਮੀਟਰ ਉੱਚਾ ਹੈਗਾ, 29 ਮੰਜ਼ਿਲ ਉਸ ਦੀ ਬਣੀਆਂ ਹੋਈਆਂ ਨੇ। ਔਰ ਇਹਨਾਂ ਦੇ ਵਿੱਚ ਸਿਰਫ ਰੈਜ਼ੀਡੈਂਸ਼ੀਅਲ ਨਹੀਂ, ਇਹਨਾਂ ਦੇ ਵਿੱਚ ਜਿਹੜੇ ਸ਼ੋਰੂਮ ਸੀਗੇ ਉਹ ਵੀ ਬਣਾਏ ਗਏ ਸੀਗੇ। ਯਾਨੀ ਜਦੋਂ ਨਿਯਮਾਂ ਨੂੰ ਛੇਕੇ ਟੰਕੇ, ਨਿਯਮਾਂ ਨੂੰ ਜਿਹੜਾ ਹੈਗਾ ਉਹ ਛਿੱਕੇ ਟੰਕੇ ਜਦੋਂ ਤੁਸੀਂ ਇਸ ਤਰੀਕੇ ਦਾ ਕੰਮ ਕਰਦੇ ਹੋ ਤਾਂ ਉਹ ਉਸ ਦੀ ਪਰਤ ਜਿਹੜੀ ਹੈਗੀ ਹੈ, ਭ੍ਰਸ਼ਟਾਚਾਰ ਦੀ ਪੋਲ ਜਿਹੜੀ ਹੈਗੀ ਹੈ ਉਹ ਖੁੱਲਦੀ ਹੈ। ਔਰ ਭ੍ਰਸ਼ਟਾਚਾਰ ਦੀ ਪੋਲ ਜਦੋਂ ਖੁੱਲਦੀ ਹੈ ਤਾਂ ਫਿਰ ਹੁੰਦਾ ਹੈ ਬਲਾਸਟ। ਔਰ ਉਹ ਬਲਾਸਟ ਹੋਏਗਾ ਅੱਜ ਨੋਇਡਾ ਦੇ ਵਿੱਚ, ਜਿੱਥੇ ਟਵਿਨ ਟਾਵਰ ਜਿਹੜੇ ਹੈਗੇ ਆ ਉਹ ਡੇਗੇ ਜਾਣਗੇ। 2 ਟਵਿਨ ਟਾਵਰ ਔਰ ਜਿਹੜੇ
ਕੁਝ ਸੈਕਿੰਡ ਦੇ ਅੰਦਰ ਜਦੋਂ ਇਹ ਪ੍ਰੋਸੈਸ ਸ਼ੁਰੂ ਹੋਏਗਾ ਤਾਂ ਕੁਝ ਸੈਕਿੰਡ ਦੇ ਅੰਦਰ ਦੋਵੇਂ ਟਾਵਰ ਢਹਿ ਢੇਰੀ ਹੋ ਜਾਣਗੇ। ਕੀ ਕੁਝ ਕਿਹਾ ਜਾ ਰਿਹਾ ਹੈ ਇਹ ਵੀ ਆਪਣੇ ਆਪ ਵਿੱਚ ਸੁਣਨ ਵਾਲੀ ਗੱਲ ਹੈ। ਅਧਿਕਾਰੀ ਕੀ ਕਹਿ ਰਹੇ ਨੇ, ਲੋਕ ਕੀ ਕਹਿ ਰਹੇ ਨੇ, ਬਹੁਤ ਸਾਰੇ ਰਿਐक्शंस ਜਿਹੜੇ ਨੇ ਉਹ ਵੀ ਸਾਹਮਣੇ ਆ ਰਹੇ ਨੇ, ਤੁਹਾਨੂੰ ਇੱਕ ਇੱਕ ਕਰਕੇ ਸੁਣਾਉਂਦੇ। ट्विन टावर को आज ध्वस्त किया जा रहा है। आप देखेंगे तैयारियां की गई हैं कि किस प्रकार से ध्वस्त किया जाए। तो किसी इमरजेंसी की कोई पोजीशन हो, कोई सिचुएशन हो तो ग्रीन कॉरिडोर कैसे तैयार किया जाए, उसका ड्राई रन देखेंगे आप कि अगर कोई इमरजेंसी सिचुएशन होती है तो उसमें किस प्रकार की तमाम तैयारियां हों, उसके लिए ये ग्रीन कॉरिडोर तैयार किया जाएगा। उसकी ड्राई रन यहाँ पर हो रहा है फिलहाल। और आप देखेंगे तमाम जो पुलिस का जत्था है वो यहाँ मौजूद है, तमाम आला अधिकारी मौजूद है जो खुद अपने लेवल पर इसको लीड कर रहे हैं। और किसी भी प्रकार की कोई अगर इमरजेंसी सिचुएशन होती है, इमरजेंसी की कोई बात आती है, उस दौरान किस प्रकार से ग्रीन कॉरिडोर तैयार किया गया, इसका ड्राई रन लिया जा रहा है। और तमाम तरीके की जो भी आज व्यवस्थाएं की जानी है, जो भी आज पूरे ऑपरेशन को अंजाम देना है, उसका ड्राई रन किया जा रहा है। ये देखिए ड्रोन कैमरे के जरिए पूरी निगरानी रखी जा रही है। ड्रोन कैमरा उड़ाया गया था अभी और इससे पूरा देखा गया कि कैसे ग्रीन कॉरिडोर जो तैयार किया जाएगा, कैसे एम्बुलेंस का मूवमेंट होगा, पुलिस का एस्कॉर्ट का मूवमेंट होगा और तमाम और भी जो एहतियात हैं वो किस प्रकार से बरते जाएं, इसको लेकर तमाम पुलिस के अधिकारी और तमाम नोएडा प्रशासन और पुलिस प्रशासन तैयार हैं। पुलिस अधिकारी हमारे साथ मौजूद हैं। सर, ग्रीन कॉरिडोर का ड्राई रन अभी आपने किया, किस प्रकार की तैयारियां हैं अगर कोई इमरजेंसी सिचुएशन होती है? देखिए, पहले ही बताया गया था कि आसपास जो रेजिडेंस है या फिर यहाँ किसी प्रकार की इमरजेंसी होती है तो उसके लिए इमरजेंसी रूट और ग्रीन कॉरिडोर बनाया गया है ताकि हम जो चिन्हित हॉस्पिटल हैं जिसकी संख्या 8 से 10 है तो वहाँ तुरंत ही हम किसी भी व्यक्ति को या फिर जो भी अन्य इमरजेंसी है उसको टैकल कर सकें। अभी इसलिए इसका एक प्रैक्टिस किया गया है ताकि मौके पे हमें समझ में आ जाए कि क्या दिक्कतें आती है और अभी ही इसका समाधान कर लिया जाए ताकि हम जब अगर मैंने उम्मीद करता हूँ कि इस तरह की कोई सिचुएशन होगी, अगर ये सिचुएशन उत्पन्न होती है तो हम तत्काल रिस्पॉन्स कर सकें और उस समय कोई दिक्कत ना हो। सर, तमाम जो रेजिडेंट्स हैं उनको खाली भी करवाया गया है। आसपास की सोसाइटी में जो रह रहे थे उनको कहाँ शिफ्ट किया गया है? और अलग अलग जगह शिफ्ट किए गए हैं और उसके लिए कोई दिक्कत नहीं है और ये प्रक्रिया पूरी हो चुकी है। मैं आप लोग से भी निवेदन करूंगा कि अब जो मीडिया के जो सुरक्षित जगह है वहाँ पर रहें और सभी जगह हमारी ड्यूटियाँ हैं। बैरियर पॉइंट एक्टिवेट है, आप देख रहे हैं कि गूगल मैप में भी ऑटो डाइवर्जन दिख रहा है तो दिक्कतें नहीं आनी चाहिए। देखिए, ऐसी एक सुरक्षित जगह जो है पार्श्वनाथ प्रेस्टीज है जहां पर व्यवस्था की गई है तमाम रेजिडेंट्स के लिए जो आसपास के सुपरटेक एमराल्ड कोर्ट के हैं और एटीएस विलेज के हैं। ये तमाम लोग हैं, हमारे साथ कुछ रेजिडेंट्स भी हैं, सीधे उन्हीं से बातचीत करते हैं। सर, जब घर से पहली बार निकले थे अभी तो क्या चीज़ पुख्ता की थी आप लोगों ने? खुशी है अभी चेहरे पर चूंकि वेलकम हुआ है आप लोगों का पार्श्वनाथ प्रेस्टीज में, लेकिन डर भी होगा कहीं ना कहीं? नहीं, बिल्कुल आप सही कह रहे हैं। जब घर से निकले थे तो थोड़ा सा डर तो था कि जैसे ब्लास्ट होगा तो उसके बाद क्या स्थिति रहेगी। जैसे कहा जा रहा है कि वाइब्रेशन से कहीं ना कहीं मिरर्स ब्रेक होंगे। मिरर्स तो चांसेस बहुत ज़्यादा हैं कि ब्रेक होंगे। हालांकि हमने थोड़ा सा स्ट्रेंथन करने की कोशिश की है लेकिन और कवर भी किया है। जैसे क्या प्रिकॉशनरी मेजर्स लिए आप लोगों ने? जितने एयर कंडीशनर्स थे उनको प्रॉपरली पैक किया है और कर्टन्स वगैरह लगाए हैं, चिक लगाए हैं, ग्लासेस को थोड़ा स्ट्रेंथन किया है टेप लगाकर और कोई टिप्स लगाई हैं, टेप लगाए हैं? हाँ जी, हाँ जो जी। धूल है वो डस्ट है वो अंदर ना जाए। बिल्कुल बिल्कुल, कोशिश तो यही है। आप भी सुपरटेक एनरोल से हैं? जी, हम ATS से हैं। अच्छा, ATS से हैं। तो जब घर से निकले थे तो कहाँ पे? टावर के नजदीक है आप लोगों का घर? बहुत नजदीक है एक्चुअली। 70 मीटर्स। हाँ, क्योंकि हमारे एक्चुअली आई गेस बहुत सालों से हमने तो बढ़ते हुए देखा है। लाइक मैं तो छोटी सी थी तो हर एक फोटो में वो पीछे ऐसे दिखता है और उसकी प्रॉक्सिमिटी मतलब इतना क्लोज है कि आई गेस इवन तो अर्थक्वेक आई गेस हमारे टावर्स तो रेजिस्टेंट है लेकिन तब भी धूल का बहुत डर है। और होपफुली अभी जितना उन्होंने बताया है जो मेजर्स और जैसे प्रोसेस सारे न्यूज़ और उस सब भी पता चल रहा है तो उस सब का तो उतना डर नहीं है लेकिन तब भी थोड़ी सी एंग्शियसनेस तो है। नोएडा में भ्रष्टाचार से बने ट्विन टावर को आज ढहा दिया जाएगा। करीब 2:30 बजे ब्लास्ट किया जाएगा। इस ब्लास्ट में 3700 किलोग्राम बारूद का इस्तेमाल किया जा रहा है। ऐसे में इलाके में
धुंध और धुआं छाने की आशंका, इसको लेकर प्रदूषण नियंत्रण बोर्ड की टीम तैनात हो गई है। आप देखिए कि पानी के टैंकर्स आ गए हैं, करीब 50 पानी के टैंकर्स आएंगे जो छिड़काव करेंगे। ब्लास्टिंग से पहले और बाद में पानी का छिड़काव होगा। इसके साथ ही ये सेक्टर 82 है नोएडा का, इस लोकेशन में एंटी स्मॉग गन भी तैनात की गई है। विभिन्न लोकेशन में आधा दर्जन से ज्यादा एंटी स्मॉग गन तैनात की गई है ताकि धुंध और धुएं को काबू में किया जा सके, कम से कम वातावरण में प्रदूषण फैले और लोगों के स्वास्थ्य संबंधी दिक्कतों को बचाया जा सके। इसके अलावा यहाँ पे भारी सुरक्षा बल भी तैनात कर दिया गया है। ट्विन टावर के आसपास जाने वाले जितने भी रूट हैं बैरिकेडिंग से ब्लॉक कर दिए गए, डेंजर जोन घोषित कर दिया गया है। देखिए सुरक्षा व्यवस्था पूरी तरह चाक चौबंद है, कोई भी व्यक्ति इधर नहीं जा सकता। सिर्फ जिला प्रशासन, पुलिस प्रशासन और एफडीएस कंपनी के एक्सपर्ट ही ट्विन टावर की तरफ जा सकते हैं। उनके पास भी बने हुए हैं, बिना पास किसी की एंट्री नहीं दी जा रही है। इसके साथ ही प्रदूषण नियंत्रण को लेकर पूरी तरीके से टीम चौकन्ना, क्यों आम लोगों को यही सबसे बड़ी चिंता है कि कितनी देर तक धुंध रहेगी, धूल छाई रहेगी, जिससे कि महिलाओं, बच्चों को स्वास्थ्य संबंधी दिक्कतें आ सकती है। इस दुष्प्रभाव को कम से कम करने के लिए जिला प्रशासन भी लगातार प्रदूषण नियंत्रण बोर्ड को निर्देश दे रहा है। कैमरामैन अनिल के साथ संदीप पांडे, न्यूज 18 नोएडा। ਸੋ ਟਵਿਨ ਟਾਵਰ ਡੇਗ ਦਿੱਤੇ ਜਾਣਗੇ। ਭ੍ਰਿਸ਼ਟਾਚਾਰ ਦੀ ਨੀਂਹ ਤੇ ਖੜੇ ਸੀਗੇ। ਪਰਿਵਾਰਾਂ ਨੇ ਤਿਆਰੀ ਮੁਕੰਮਲ ਕਰ ਲਈ ਹੈ, ਪ੍ਰਸ਼ਾਸਨ ਦੀ ਤਿਆਰੀ ਮੁਕੰਮਲ ਹੈ ਤੇ ਤਿਆਰੀ ਨਿਊਜ਼ 18 ਦੀ ਵੀ ਮੁਕੰਮਲ ਹੈ। ਹਰ ਇੱਕ ਤਸਵੀਰ ਤੁਹਾਨੂੰ ਦਿਖਾਵਾਂਗੇ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਵੀ ਸਾਡੀ ਖਾਸ ਪੇਸ਼ਕਸ਼ ਲਗਾਤਾਰ ਜਾਰੀ।